खिलजी वंश। खिलजी वंश का संस्थापक जलाल-उद-दीन खिलजी सी। उसने 1290 तो 1296 ईस्वी तक दिल्ली सल्तनत ते शासन किया। दरबार विच पूरियां एक दूजे के विरुद्ध गंढ धुप्पां होणियां शुरू हो गईयां सी। अलाउद्दीन खिलजी 1296 ईस्वी विच जलाल-उद-दीन खिलजी नूं कतल करके दिल्ली सल्तनत का राजगद्दी ते बैठिया, जो उसका भतीजा अते जमाई सी। जो खिलजी वंश है, खिलजी वंश की नींह रखी सी जलाल-उद-दीन खिलजी ने। 1290 तो 1296 ईस्वी तक उसने राज किया। अलाउद्दीन खिलजी उसका भतीजा भी सी ते जलाल-उद-दीन का जमाई भी सी। ते अलाउद्दीन खिलजी ने मौका पा के अपने चाचे सहुरे नूं, चाचा कह लो चाहे सहुरा कह लो, नूं मार दिता ते आप खिलजी वंश का शासक बन गया सी, आप सुल्तान बन गया सी। ਉਹ जलालुद्दीन का भतीजा भी सी ਅਤੇ जवाई भी सी। ठीक है जी। इस तो अगे अलाउद्दीन खिलजी। खिलजी वंश का प्रसिद्ध शासक अलाउद्दीन खिलजी सी। उसने 1296 तो 1396 ईस्वी तक राज किया सी। ਉਹ ਭਾਰਤ ਵਿੱਚ ਇੱਕ ਸਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਇਸ ਲਈ 1299 ਈਸਵੀ ਵਿੱਚ ਉਸਨੇ ਗੁਜਰਾਤ 'ਤੇ ਜਿੱਤ ਪ੍ਰਾਪਤ ਕੀਤੀ। ਗੁਜਰਾਤ ਦਾ ਜੋ ਸ਼ਾਸਕ ਸੀਗਾ ਉਸ ਨੂੰ ਹਰਾਇਆ ਅਤੇ ਇਸਨੇ ਗੁਜਰਾਤ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਉੱਥੋਂ ਇੱਕ ਮਿਲਿਆ ਸੀ ਇਹਨੂੰ ਹਿੰਦੂ ਨਪੁੰਸਕ ਮਲਿਕ ਕਫੂਰ। ਮਲਿਕ ਕਫੂਰ ਨੇ ਇਹਦੀ ਦੱਖਣੀ ਭਾਰਤ ਦੀਆਂ ਜਿੱਤਾਂ ਵਿੱਚ ਮਦਦ ਕੀਤੀ ਸੀ। ਮਦਦ ਕੀ, ਉਹ ਦੱਖਣੀ ਭਾਰਤ ਦੀਆਂ ਜਿੱਤਾਂ ਦਾ ਜਰਨੈਲ ਸੀ ਅਲਾਉਦੀਨ ਖਿਲਜੀ ਵੱਲੋਂ। 1299 ਈਸਵੀ ਵਿੱਚ ਉਸਨੇ ਗੁਜਰਾਤ 'ਤੇ ਜਿੱਤ ਪ੍ਰਾਪਤ ਕੀਤੀ। ਜੇਕਰ ਕੁਐਸਚਨ ਆ ਜੇ ਕਿ ਮਲਿਕ ਕਫੂਰ ਕਿੱਥੋਂ ਮਿਲਿਆ ਸੀਗਾ, ਕਿਹੜੀ ਜਿੱਤ ਤੋਂ ਪ੍ਰਾਪਤ ਹੋਇਆ ਸੀ, ਤਾਂ ਗੁਜਰਾਤ ਦੀ ਜਿੱਤ ਤੋਂ। ਮਲਿਕ ਕਫੂਰ ਮਿਲਿਆ ਸੀਗਾ 1299 ਵਿੱਚ ਗੁਜਰਾਤ ਦੀ ਜਿੱਤ ਤੋਂ ਬਾਅਦ। ਫਿਰ 1301 ਈਸਵੀ ਵਿੱਚ ਉਸਨੇ ਰੰਥੌਰ 'ਤੇ ਅਧਿਕਾਰ ਕਰ ਲਿਆ। 1301 ਈਸਵੀ ਵਿੱਚ ਉਸਨੇ ਰੰਥੌਰ 'ਤੇ ਅਧਿਕਾਰ ਕਰ ਲਿਆ। ਇਸ ਤੋਂ ਪਿੱਛੋਂ 1303 ਈਸਵੀ ਵਿੱਚ ਉਸਨੇ ਚਿਤੌੜ 'ਤੇ ਕਬਜ਼ਾ ਕਰ ਲਿਆ। ਤੁਸੀਂ ਪੜ੍ਹਿਆ ਹੈ, ਅਸੀਂ ਫਿਲਮ ਵੀ ਦੇਖੀ ਹੈ ਰਾਣੀ ਪਦਮਨੀ ਬਾਰੇ, ਅਤੇ ਅਲਾਉਦੀਨ ਖਿਲਜੀ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ, ਪਰ ਜਦੋਂ ਉਸ ਨੂੰ ਲੱਗਿਆ ਕਿ ਮੇਰਾ ਰਾਣਾ ਲੜਾਈ ਹਾਰ ਗਿਆ, ਤਾਂ ਰਾਣੀ ਪਦਮਾਵਤੀ ਨੇ ਆਪਣੇ ਆਪ ਨੂੰ, ਜੋ ਪ੍ਰਥਾ ਸੀ ਜੋਹਰ ਪ੍ਰਥਾ, ਦੇਖੋ ਇੱਕ ਹੁੰਦੀ ਆ ਸਤੀ ਪ੍ਰਥਾ, ਇੱਕ ਹੁੰਦੀ ਆ ਜੋਹਰ ਪ੍ਰਥਾ। ਜਿਹੜੀ ਸਤੀ ਪ੍ਰਥਾ ਗਈ ਉਹਦੇ ਵਿੱਚ ਕੀ ਹੁੰਦਾ, ਜਦੋਂ ਹਿੰਦੂ ਧਰਮ ਦੇ ਅਨੁਸਾਰ ਜਦੋਂ ਕਿਸੇ ਔਰਤ ਦੇ ਘਰ ਵਾਲਾ ਮਰ ਜਾਂਦਾ ਸੀ ਤਾਂ ਉਸ ਔਰਤ ਨੂੰ ਉਸ ਦੀ ਚਿਤਾ ਦੇ ਨਾਲ ਹੀ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਸੀ, ਜਿਸ ਨੂੰ ਕਹਿੰਦੇ ਸੀ ਸਤੀ ਪ੍ਰਥਾ। ਜਿਹੜੀ ਜੋਹਰ ਪ੍ਰਥਾ ਹੁੰਦੀ ਹੈਗੀ, ਜੋਹਰ ਪ੍ਰਥਾ ਜਿਹੜੀਆਂ ਰਾਜਪੂਤ ਰਾਣੀਆਂ ਸੀ ਇਹ ਇਸ ਦਾ ਪਾਲਣ ਕਰਦੀਆਂ ਸੀ। ਇਹ ਆਪਣੀ ਇੱਜ਼ਤ ਨੂੰ ਮੁੱਖ ਰੱਖਦੇ ਹੋਏ ਕਿਸੇ ਹੱਥੋਂ, ਕਿਸੇ ਹੋਰ ਗੈਰ ਮਰਦ ਦੇ ਹੱਥੋਂ ਹੱਥ ਲਵਾਉਣ ਦੀ ਥਾਂ ਇਹ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਸੀ, ਜਿਸ ਨੂੰ ਕਹਿੰਦੇ ਸੀ ਜੋਹਰ ਪ੍ਰਥਾ। ਇਹ ਵੀ ਰਾਜਪੂਤਾਂ ਦੇ ਵਿੱਚ ਪ੍ਰਚਲਿਤ ਸੀ। ਤਾਂ ਜਦੋਂ 1303 ਈਸਵੀ ਵਿੱਚ ਉਸਨੇ ਚਿਤੌੜ 'ਤੇ ਕਬਜ਼ਾ ਕਰ ਲਿਆ ਸੀ, ਉੱਥੋਂ ਦਾ ਰਾਣਾ ਹਾਰ ਗਿਆ ਸੀ, ਤਾਂ ਉਸ ਦੀ ਰਾਣੀ ਪਦਮਾਵਤੀ ਨੇ ਜੋਹਰ ਪ੍ਰਥਾ ਦਾ ਪਾਲਣ ਕੀਤਾ ਸੀ। ਫਿਰ ਉਸਨੇ ਆਪਣੇ ਜਨਰਲ ਮਲਿਕ ਕਫੂਰ ਦੀ ਅਗਵਾਈ ਹੇਠ ਇੱਕ ਵੱਡੀ ਫੌਜ ਦੱਖਣੀ ਭਾਰਤ ਵਿੱਚ ਭੇਜੀ। ਮਲਿਕ ਕਫੂਰ ਨੇ ਦੇਵਗਿਰੀ, ਜੋ ਦੇਵਗਿਰੀ ਹੈ ਇਸ ਨੂੰ ਬਾਅਦ ਵਿੱਚ ਦੌਲਤਾਬਾਦ ਵੀ ਕਿਹਾ ਗਿਆ, ਅਤੇ ਜੋ ਮੁਹੰਮਦ ਬਿਨ ਤੁਗਲਕ ਦੀ ਕੁਝ ਸਮੇਂ ਲਈ ਰਾਜਧਾਨੀ ਵੀ ਬਣਿਆ ਸੀ। ਤਾਂ ਦੇਵਗਿਰੀ ਇਹ ਹੈਗਾ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ। ਇੱਥੇ ਜਾਦਵਾਂ ਦਾ ਰਾਜ ਸੀ। ਵਾਰੰਗਲ ਇਹ ਵਰਤਮਾਨ ਆਂਧਰਾ ਪ੍ਰਦੇਸ਼ ਦੇ ਖੇਤਰ ਵੱਲ ਹੈ। ਦਵਾਰ ਸਮੁੰਦਰ, ਜੋ ਦਵਾਰ ਸਮੁੰਦਰ ਹੈ ਇਹ ਕਰਨਾਟਕਾ ਵਾਲੇ ਪਾਸੇ, ਅਤੇ ਮਦੁਰਾਈ ਤਾਮਿਲਨਾਡੂ ਵਾਲੇ ਪਾਸੇ ਦੇ ਇਲਾਕੇ ਜਿੱਤ ਲਏ। ਪਰੰਤੂ ਅਲਾਉਦੀਨ ਖਿਲਜੀ ਨੇ ਇਹਨਾਂ ਇਲਾਕਿਆਂ ਨੂੰ ਦਿੱਲੀ ਸਲਤਨਤ ਵਿੱਚ ਸ਼ਾਮਲ ਨਾ ਕੀਤਾ। ਦੇਖੋ ਜਿਹੜਾ ਨਕਸ਼ਾ ਹੈ, ਜੇ ਨਕਸ਼ਾ ਦੇਖੀਏ ਤਾਂ ਅਸੀਂ ਦੇਖੋ ਨਕਸ਼ੇ ਦੇ ਵਿੱਚ ਯਾਦਵ ਡਾਇਨੈਸਟੀ, ਜੋ ਯਾਦਵ ਡਾਇਨੈਸਟੀ ਹੈ, ਦੇਖੋ ਗੁਜਰਾਤ ਜਿੱਤਿਆ ਸੀਗਾ 1299 ਈਸਵੀ ਵਿੱਚ। ਇੱਥੋਂ ਮਿਲਿਆ ਸੀਗਾ ਇਹਨੂੰ ਮਲਿਕ ਕਫੂਰ। ਫਿਰ ਦੱਖਣੀ ਭਾਰਤ ਦੀਆਂ ਜਿੱਤਾਂ ਵਿੱਚ ਮਲਿਕ ਕਫੂਰ ਜਰਨੈਲ ਸੀ। ਤਾਂ ਦੇਵਗਿਰੀ
ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ। ਇੱਥੇ ਜੋ ਰਾਜ ਸੀਗਾ ਉਹ ਸੀਗਾ ਯਾਦਵ ਵੰਸ਼ ਦਾ। ਯਾਦਵ ਵੰਸ਼ ਦਾ ਰਾਜ ਸੀ ਦੇਵਗਿਰੀ, ਜਿਹਨੂੰ ਬਾਅਦ ਵਿੱਚ ਦੌਲਤਾਬਾਦ ਕਿਹਾ ਗਿਆ, ਜੋ ਕੁਝ ਸਮੇਂ ਮੁਹੰਮਦ ਬਿਨ ਤੁਗਲਕ ਦੇ ਸਮੇਂ ਰਾਜਧਾਨੀ ਵੀ ਰਿਹਾ ਸੀ। ਫਿਰ ਅਸੀਂ ਕੀਤਾ ਸੀਗਾ ਦੁਆਰ ਸਮੁੰਦਰ। ਜੋ ਦੁਆਰ ਸਮੁੰਦਰ ਸੀਗਾ ਉੱਥੇ ਹੌਂਸਲ ਵੰਸ਼ ਦਾ ਰਾਜ ਸੀਗਾ। ਇਹ ਵਰਤਮਾਨ ਕਰਨਾਟਕਾ ਵਾਲੇ ਪਾਸੇ, ਠੀਕ ਹੈ ਜੀ। ਦੇਵਗਿਰੀ, ਦੁਆਰ ਸਮੁੰਦਰ, ਇੱਧਰ ਸਾਡਾ ਆ ਗਿਆ। ਅਸੀਂ ਇਸ ਤੋਂ ਅੱਗੇ ਅਸੀਂ ਕੀਤਾ ਸੀਗਾ ਮਦੁਰਾਈ। ਇਹ ਤਿੰਨ ਅਸੀਂ ਕੀਤੇ ਨੇਗੇ। ਦੇਖੋ, ਸਭ ਤੋਂ ਪਹਿਲਾਂ 1299 ਈਸਵੀ ਵਿੱਚ ਗੁਜਰਾਤ 'ਤੇ ਜਿੱਤ ਪ੍ਰਾਪਤ ਕੀਤੀ, 1301 ਵਿੱਚ ਰੰਥੌਰ 'ਤੇ 1303 ਵਿੱਚ ਚਿਤੌੜ 'ਤੇ ਕਬਜ਼ਾ ਕਰ ਲਿਆ। ਫਿਰ ਉਸੇ ਜਨਰਲ ਮਲਿਕ ਕਫੂਰ ਦੀ ਅਗਵਾਈ ਹੇਠ ਦੱਖਣੀ ਭਾਰਤ ਮਲਿਕ ਕਫੂਰ ਨੇ ਦੇਵਗਿਰੀ, ਵਾਰੰਗਲ, ਦਵਾਰ ਸਮੁੰਦਰ ਅਤੇ ਮਦੁਰਾਈ। ਤਾਂ ਅਸੀਂ ਦੇਖ ਸਕਦੇ ਹਾਂ ਕਿ ਜੋ ਮਹਾਰਾਸ਼ਟਰ ਵਾਲਾ ਪਾਸਾ ਹੈ, ਇੱਥੇ ਦੇਵਗਿਰੀ, ਵਰਤਮਾਨ ਔਰੰਗਾਬਾਦ ਜ਼ਿਲ੍ਹਾ ਮਹਾਰਾਸ਼ਟਰ ਦਾ, ਇੱਥੇ ਦੇਵਗਿਰੀ ਯਾਦਵ ਵੰਸ਼ ਸੀਗਾ। ਫਿਰ ਅਸੀਂ ਕੀਤਾ ਵਾਰੰਗਲ। ਜੋ ਵਾਰੰਗਲ ਸੀਗਾ ਇਹ ਆਂਧਰਾ ਪ੍ਰਦੇਸ਼ ਵਾਲੀ ਸਾਈਡ, ਅਤੇ ਦਵਾਰ ਸਮੁੰਦਰ ਕਰਨਾਟਕਾ, ਮਦੁਰਾਈ ਤਾਮਿਲਨਾਡੂ। ਇਹਨਾਂ ਸਾਰੇ ਖੇਤਰਾਂ 'ਤੇ ਇਸਨੇ ਜਿੱਤ ਪ੍ਰਾਪਤ ਕੀਤੀ ਸੀ। ਪਰ ਜਿਹੜੀ ਸਭ ਤੋਂ ਵੱਡੀ ਗੱਲ ਸੀਗੀ, ਜਿੱਤ ਪ੍ਰਾਪਤ ਕਰ ਲਈ, ਉਹਨਾਂ ਨੇ ਇਹਦੀ ਅਧੀਨਤਾ ਸਵੀਕਾਰ ਕਰ ਲਈ, ਪਰ ਉਹਨਾਂ ਦੇ ਖੇਤਰਾਂ ਨੂੰ ਆਪਣੇ ਸਮਰਾਜ ਦੇ ਵਿੱਚ ਸ਼ਾਮਲ ਨਹੀਂ ਕੀਤਾ ਸੀ, ਕਿਉਂਕਿ ਇਸ ਨੂੰ ਪਤਾ ਸੀ ਜੇਕਰ ਉਸਨੇ ਆਪਣੇ ਸਮਰਾਜ ਦੇ ਵਿੱਚ ਸ਼ਾਮਿਲ ਕਰ ਲਏ ਤਾਂ ਸਮਰਾਜ ਦਾ ਜੋ ਏਰੀਆ ਉਹ ਕਾਫੀ ਵੱਡਾ ਹੋ ਜਾਊਗਾ ਅਤੇ ਜਿਸ 'ਤੇ ਰਾਜ ਕਰਨਾ ਔਖਾ ਸੀ, ਕਿਉਂਕਿ ਇਹ ਬਹੁਤ ਵੱਡਾ ਇੱਕ ਅਰਥ ਸ਼ਾਸਤਰੀ ਸੀ। ਅਲਾਉਦੀਨ ਖਿਲਜੀ ਇੱਕ ਅਰਥ ਸ਼ਾਸਤਰੀ ਸੀ, ਬਹੁਤ ਦਿਮਾਗੀ ਬੰਦਾ ਸੀ। ਇਹਨੇ ਸੋਚਿਆ ਵੀ ਉਹਨਾਂ ਨੂੰ ਆਪਣੇ ਅਧੀਨਤਾ ਕਰ ਲਿਆ ਅਤੇ ਉਹਨਾਂ ਤੋਂ ਇਸ ਨੂੰ ਸਾਲਾਨਾ ਆਮਦਨ ਵੀ ਹੁੰਦੀ ਰਹੀ। ਉਹ ਜੋ ਗੱਲਬਾਤ ਕੀਤੀ ਸੀ ਉਹ ਪੈਸੇ ਭੇਜਦੇ ਰਹੇ। ਅਲਾਉਦੀਨ ਖਿਲਜੀ ਦੇ ਆਰਥਿਕ ਸੁਧਾਰ। ਅਲਾਉਦੀਨ ਖਿਲਜੀ ਨੇ ਸਾਰੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਨਿਸ਼ਚਿਤ ਕੀਤੀਆਂ ਸਨ। ਉਸਨੇ ਚੀਜ਼ਾਂ ਦੀਆਂ ਕੀਮਤਾਂ ਵਧਾਉਣ 'ਤੇ ਰੋਕ ਲਗਾਉਣ ਲਈ ਮੰਡੀ ਅਫਸਰਾਂ ਦੀ ਨਿਯੁਕਤੀ ਕੀਤੀ। ਜਿਹੜਾ ਦੁਕਾਨਦਾਰ ਵੀ ਨਿਯਮਾਂ ਦੀ ਉਲੰਘਣਾ ਕਰਦਾ ਸੀ ਉਸ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ, ਜਿਵੇਂ ਕਿ ਦੁਕਾਨਦਾਰ ਨੂੰ ਕੌੜੇ ਲਗਾਏ ਜਾਂਦੇ ਸਨ। ਕੌੜਾ ਹੁੰਦਾ ਗਾ ਇੱਕ ਡੰਡੇ ਉੱਤੇ ਇੱਕ ਰੱਸੀ ਬੰਨ੍ਹ ਕੇ, ਬੈਂਤ ਦੀ ਰੱਸੀ ਹੁੰਦੀ ਆ, ਉਹ ਲਗਾਏ ਜਾਂਦੇ ਸੀ। ਘੱਟ ਤੋਲਣ ਵਾਲੇ ਦੁਕਾਨਦਾਰ ਦੇ ਸਰੀਰ ਵਿੱਚੋਂ ਉਹਨਾਂ ਮਾਸ ਦਾ ਟੁਕੜਾ ਕੱਟ ਲਿਆ ਜਾਂਦਾ ਸੀ ਜਿੰਨੀ ਵਸਤੂ ਘੱਟ ਤੋਲੀ ਗਈ ਹੁੰਦੀ ਸੀ। ਸੈਨਿਕ ਸੁਧਾਰ। ਅਲਾਉਦੀਨ ਖਿਲਜੀ ਨੇ ਸੈਨਿਕਾਂ ਦੇ ਹੁਲੀਏ ਲਿਖਣ ਅਤੇ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਸ਼ੁਰੂ ਕੀਤੀ। ਚਿਹਰਾ ਅਤੇ ਦਾਗ ਪ੍ਰਥਾ ਇਹ ਸ਼ੁਰੂ ਕੀਤੀ ਸੀ ਅਲਾਉਦੀਨ ਖਿਲਜੀ ਨੇ, ਚਿਹਰਾ ਅਤੇ ਦਾਗ ਪ੍ਰਥਾ। ਉਸਨੇ ਸੈਨਿਕਾਂ ਨੂੰ ਨਗਦ ਤਨਖਾਹ, ਕੈਸ਼, ਭਾਵ ਸੈਨਿਕਾਂ ਨੂੰ ਤਨਖਾਹਾਂ ਦੇਣੀਆਂ ਸ਼ੁਰੂ ਕੀਤੀਆਂ ਨਗਦ, ਕਿਉਂਕਿ ਜਿਹੜੇ ਪਹਿਲਾਂ ਹੁੰਦੇ ਸੀ ਉਹ ਹੁੰਦਾ ਸੀ ਜਿੰਨਾ ਲੁੱਟ ਲਿਆ ਦੁਸ਼ਮਣ ਦਾ, ਜਿੰਨਾ ਲੁੱਟ ਲਿਆ ਉਹਦੇ ਵਿੱਚ ਹਿੱਸਾ ਮਿਲਦਾ ਸੀ। ਤਾਂ ਇਸ ਨੇ ਇਹ ਸਾਰੀਆਂ ਚੀਜ਼ਾਂ ਬੰਦ ਕਰਕੇ ਨਗਦ ਤਨਖਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਸੈਨਿਕਾਂ ਦੀ ਆਰਥਿਕ ਹਾਲਤ ਵੀ ਸੁਧਰ ਸਕੇ। ਉਸਨੇ ਗੁਪਤਚਰ ਨੂੰ ਵੀ ਰੁਜ਼ਗਾਰ ਦਿੱਤਾ, ਭਾਵ ਉਸਨੇ ਜਾਸੂਸ ਰੱਖੇ ਤਾਂ ਜੋ ਉਸਨੂੰ ਚੱਪੇ ਚੱਪੇ ਬਾਰੇ ਜਾਣਕਾਰੀ ਮਿਲਦੀ ਰਹਿ ਸਕੇ। 1316 ਈਸਵੀ ਵਿੱਚ ਅਲਾਉਦੀਨ ਖਿਲਜੀ ਦੀ ਮੌਤ ਪਿੱਛੋਂ ਸੁਹਾਬੂਦੀਨ, ਉਮਰ ਮੁਬਾਰਕ ਸ਼ਾਹ, ਨਸਰੂਦੀਨ ਖੁਸਰੋ ਸ਼ਾਹ ਨਾਂ ਦੇ ਸੁਲਤਾਨਾਂ ਨੇ ਸ਼ਾਸਨ ਕੀਤਾ। 1320 ਵਿੱਚ ਗਾਜੀ ਤੁਗਲਕ ਖੁਸਰੋ ਸ਼ਾਹ ਦੀ ਹੱਤਿਆ ਕਰਕੇ ਆਪ ਸ਼ਾਸਕ ਬਣ ਗਿਆ। ਇਸ ਤੋਂ ਅਗਲੀ ਵੀਡੀਓ ਰਾਹੀਂ ਅਸੀਂ ਕਰਾਂਗੇ ਤੁਗਲਕ ਵੰਸ਼। ਤਾਂ ਇੱਕ ਵਾਰ ਫਿਰ ਦੇਖ ਲਓ, ਮਲਿਕ ਕਫੂਰ ਮਿਲਿਆ ਸੀਗਾ ਜਿੱਤ ਤੋਂ ਗੁਜਰਾਤ ਦੀ ਤੋਂ 1299 ਵਿੱਚ, 1301 ਵਿੱਚ ਜਿੱਤਿਆ ਸੀ ਉਸਨੇ ਰੰਥੌਰ, 1303 ਵਿੱਚ ਚਿਤੌੜ। ਅਤੇ ਜੋ ਮਲਿਕ ਕਫੂਰ ਸੀਗਾ ਉਹ ਹਿੰਦੂ ਨਪੁੰਸਕ ਸੀਗਾ। ਤਾਂ ਦੇਵਗਿਰੀ ਹੈ ਉਹ ਮਹਾਰਾਸ਼ਟਰ ਵਾਲੇ ਪਾਸੇ ਯਾਦਵ ਵੰਸ਼, ਵਾਰੰਗਲ ਆਂਧਰਾ ਪ੍ਰਦੇਸ਼ ਵਾਲੇ ਪਾਸੇ ਕਕਿੱਤਿਆ ਡਾਇਨੈਸਟੀ, ਅਤੇ ਦਵਾਰ ਸਮੁੰਦਰ ਕਰਨਾਟਕਾ ਵਾਲੇ ਪਾਸੇ, ਅਤੇ ਉਸ ਤੋਂ ਅੱਗੇ ਸਾਡਾ ਸੀ ਮਦੁਰਾਈ, ਉਹ ਸੀਗਾ ਤਾਮਿਲਨਾਡੂ ਵਾਲੇ ਪਾਸੇ। ਇੱਥੇ ਮਲਿਕ ਕਫੂਰ ਨੇ ਜਿੱਤਾਂ ਪ੍ਰਾਪਤ ਕੀਤੀਆਂ ਸੀ ਜੋ ਕਿ ਉਸ ਨੂੰ 1299 ਵਿੱਚ ਗੁਜਰਾਤ ਦੀ ਜਿੱਤ ਤੋਂ ਬਾਅਦ ਪ੍ਰਾਪਤ ਹੋਇਆ ਸੀਗਾ। ਇਸ ਤੋਂ ਅੱਗੇ ਅਸੀਂ ਕਰਾਂਗੇ ਤੁਗਲਕ ਵੰਸ਼।